Hello दोस्तों, welcome to Sudde Punjab. So today we are going to discuss the current affairs that are relevant from 23rd to 27th September. ਸਾਰੇ ਕਰੰਟ ਅਫੇਅਰਸ ਆਪਾਂ ਕਰਾਂਗੇ। ਦੇਖੋ ਵੈਸੇ ਯੂਜੂਅਲੀ ਸਾਡੀ ਕਰੰਟ ਅਫੇਅਰਸ ਦੀ ਵੀਡੀਓਜ਼ ਮੰਡੇ ਵੈਡਨਸਡੇ ਤੇ ਫਰਾਈਡੇ ਨੂੰ ਲਾਂਚ ਹੁੰਦੀਆਂ ਹੈ, ਬਟ ਦਿਸ ਮੰਡੇ देयर वाज नॉट मच ਕੰਟੈਂਟ, ਤਾਂ ਇਸੇ ਲਈ ਮੈਂ ਹੁਣ ਵੈਡਨਸਡੇ ਨੂੰ ਸਾਰਾ ਕੰਪਾਈਲ ਕਰਕੇ ਤੁਹਾਨੂੰ ਅੱਜ ਕਰਾ ਰਹੀ ਹਾਂ। ਠੀਕ ਹੈ, ਨੈਕਸਟ ਵੀਡੀਓ ਫਰਾਈਡੇ ਨੂੰ ਹੋਏਗੀ। ਇਫ ਦ ਕੰਟੈਂਟ ਇਜ਼ ਵੈਰੀ ਵੈਰੀ ਲੈਸ then it can be skipped। ठीक है जी। ਉਸ ਤੋਂ ਬਾਅਦ I would also like to inform you about various programs that we are already running। ਤੁਸੀਂ ਦੇਖੋ ਪੰਜਾਬ PCS ਦੀ ਨੋਟੀਫਿਕੇਸ਼ਨ ਕਦ ਵੀ ਆਵੇ, your responsibility as an aspirant is to be prepared। ਠੀਕ ਹੈ ਜੀ, ਇਸੇ ਲਈ ਤੁਹਾਡੀ ਪ੍ਰੈਪਰੇਸ਼ਨ ਵਿੱਚ ਹੈਲਪ ਕਰਨ ਲਈ ਅਸੀਂ ਡਿਫਰੈਂਟ ਟਾਈਪ ਆਫ ਪ੍ਰੋਗਰਾਮਸ ਜਿਹੜੇ ਆਲਰੇਡੀ ਰਨ ਕਰ ਰਹੇ ਹਾਂ। GS ਦਾ ਫੁੱਲ ਕੋਰਸ ਸਾਡੇ ਕੋਲ ਅਵੇਲੇਬਲ ਹੈ ਆਨਲਾਈਨ ਆਫਲਾਈਨ ਮੋਡ ਵਿੱਚ, ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਕਰਨਾ ਕੈਸੇ ਹੈ ਪ੍ਰੋਗਰਾਮ, ਜਿਸ ਵਿੱਚ ਪਰਸਨਲਾਈਜ਼ਡ ਮੈਂਟਰਸ਼ਿਪ ਮਿਲੂਗੀ। ਤੁਸੀਂ ਪੜ੍ਹਨਾ ਕਿਵੇਂ ਆ ਹਰ ਸਬਜੈਕਟ, ਤੁਸੀਂ ਕੁਐਸਚਨਸ ਕਿਵੇਂ ਸੋਲਵ ਕਰਨੇ ਹੈ, ਤੁਸੀਂ ਆਨਸਰਸ ਲਿਖਣੇ ਕਿਵੇਂ ਹੈ, ਹਰ ਸਬਜੈਕਟ ਦੀ ਤਿਆਰੀ ਕਿੱਥੋਂ ਕਰਨੀ ਹੈ, ਕਿਵੇਂ ਕਰਨੀ ਹੈ, PYQs ਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ। all of that will be discussed in this program, so please join this program। 3 ਮਹੀਨੇ ਦਾ ਇਹ ਪ੍ਰੋਗਰਾਮ ਹੈ। You will get a lot of benefit out of it। ਐਂਡ ਦੈਨ ਅਗਰ ਤੁਸੀਂ ਟੈਸਟ ਸੀਰੀਜ਼ ਦੇ ਥਰੂ ਆਪਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਪ੍ਰੀਲਿਮਸ ਲਈ ਵੀ ਅਸੀਂ ਟੈਸਟ ਸੀਰੀਜ਼ ਆਲਰੇਡੀ ਲਾਂਚ ਕਰ ਚੁੱਕੇ ਹਾਂ। ਠੀਕ ਹੈ ਜੀ, ਇਹ 15 ਟੈਸਟ ਦੀ ਇਹ ਟੈਸਟ ਸੀਰੀਜ਼ ਹੈ, ਜਿਸ ਦੇ ਵਿੱਚ ਸੈਕਸ਼ਨਲ ਟੈਸਟ ਵੀ ਹੋਣਗੇ, ਫੁੱਲ ਲੈਂਥ ਟੈਸਟ ਵੀ ਹੋਣਗੇ ਤੇ ਪੰਜਾਬ ਦਾ ਸਾਰਾ ਸਿਲੇਬਸ ਕਵਰਡ ਰਹੇਗਾ, ਤਾਂ ਕਿ ਤੁਹਾਡੀ ਕੰਪਰੀਹੈਂਸਿਵ ਤਿਆਰੀ ਪੰਜਾਬ PCS ਲਈ ਹੋ ਜਾਵੇ। ਠੀਕ ਹੈ ਜੀ, ਇਹ ਕੋਰਸਿਸ ਹੈ। ਅਗਰ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਜਸਟ ਮੈਸੇਜ ਅਸ ਔਨ ਦਿਸ ਨੰਬਰ, ਵਿਲ ਬੀ देयर ਟੂ tell you all the details। ਜਿਹੜੀ ਵੀ ਤੁਹਾਨੂੰ ਡਾਊਟਸ ਕੁਐਰੀਜ਼ ਹੋਣ, ਜਸਟ ਮੈਸੇਜ ਅਸ, ਜਸਟ WhatsApp at this number। ਠੀਕ ਹੈ ਜੀ, ਦੇਖ ਲੈਂਦੇ ਹਾਂ ਅੱਜ ਦੇ ਟੌਪਿਕਸ ਕਿਆ ਹੈ। ਸੋ RBI ਰਿਪੋਰਟ, ਪੰਜਾਬ's debt to GDP ਰੇਸ਼ੀਓ ਹਾਈਐਸਟ ਐਟ 48%। ਠੀਕ ਹੈ ਜੀ, ਸਾਡੀ ਪੰਜਾਬ ਦੀ ਇਕੋਨੋਮੀ ਲਈ ਇਹ ਕਾਫੀ ਕੰਸਰਨਿੰਗ ਇਸ਼ੂ ਹੈ। ਵੀ ਵਿਲ ਸੀ ਇਟ ਇਨ ਡਿਟੇਲ। then armies of India US to kickstart 2-week war game in Alaska। ਇੰਡੀਆ US ਡਿਫੈਂਸ ਰਿਲੇਸ਼ਨਸ ਵਿੱਚ ਇਹ ਇੰਪੋਰਟੈਂਟ ਡਿਵੈਲਪਮੈਂਟ ਹੈ, ਇਹਨੂੰ ਦੇਖ ਲਵਾਂਗੇ। ਐਂਡ ਦੈਨ 140 ਕਰੋੜ ਬਾਇਓਗੈਸ ਪ੍ਰੋਜੈਕਟ ਟੂ ਕਮ ਅਪ ਇਨ ਹੁਸ਼ਿਆਰਪੁਰ। ਪੰਜਾਬ ਗਵਰਨਮੈਂਟ ਕਿਆ ਕਰ ਰਹੀ ਹੈ ਕਲੀਨ એનર્ਜੀ ਪ੍ਰਮੋਟ ਕਰਨ ਲਈ, that is what we'll be seeing in this topic, right? Let's get into the discussion। before that, please like, share, subscribe our channel with as many aspirants as you can, right? Let's start with the first topic, RBI report, Punjab's debt to GSDP ratio। GSDP क्या ਹੁੰਦਾ ਹੈ? ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ। ਜਿਵੇਂ GDP ਆਪਾਂ ਨੈਸ਼ਨਲ ਲੈਵਲ ਤੇ ਕੈਲਕੂਲੇਟ ਕਰਦੇ ਹਾਂ, ਉਵੇਂ ਹੀ ਸਟੇਟ ਲੈਵਲ ਤੇ GSDP ਹੁੰਦਾ ਹੈ, the net production that a state makes। ਠੀਕ ਹੈ ਜੀ, ਹੁਣ RBI ਦੀ ਨਵੀਂ ਰਿਪੋਰਟ ਆਈ ਹੈ, ਇਹ ਅੱਛਾ ਡਾਟਾ ਹੈ, ਯੂ ਕੈਨ ਯੂਜ਼ ਇਟ ਇਨ ਯੋਰ ਮੇਨਸ ਆਨਸਰਸ ਐਂਡ ਐਸੇਜ਼। ਕਿਆ ਕਹਿ ਰਹੀ ਹੈ ਰਿਪੋਰਟ ਕਿ ਪੰਜਾਬ ਦਾ GSDP, ਸਟੇਟ ਦਾ ਡੈਟ, ਪੰਜਾਬ ਦਾ ਕਰਜ਼ਾ ਟੂ ਇਟਸ GDP ਜਾਂ ਇਹਦੀ ਪੂਰੀ ਇਕੋਨਮੀ ਤੁਸੀਂ ਕਹਿ ਸਕਦੇ ਹੋ, ਇਜ਼ ਦੀ ਹਾਈਐਸਟ ਵਿਚ ਇਜ਼ ਐਟ 48%। ਕਰਜ਼ਾ ਸਾਡਾ ਆਲਮੋਸਟ ਸਾਡੀ GDP ਦੇ 50% ਦੇ ਨੇੜੇ ਪਹੁੰਚਿਆ ਪਿਆ ਹੈ, ਰਾਈਟ? ਸੋ RBI ਦੀ ਰਿਪੋਰਟ ਔਨ ਸਟੇਟ ਫਾਈਨੈਂਸਿਸ ਇਹ ਬਹੁਤ ਹੀ ਕੰਸਰਨਿੰਗ ਡਾਟਾ ਹੈ। ਤੁਸੀਂ ਖੁਦ ਦੇਖੋ ਕਿ ਅਗਰ ਕੋਈ ਬੰਦਾ ਇੰਨਾ ਬਰਡਨਡ ਹੁੰਦਾ ਹੈ ਕਰਜ਼ੇ ਦੇ ਨਾਲ, ਦੈਟ ਮੀਨਸ ਜਲਦ ਉਹਦਾ ਦਿਵਾਲਾ ਨਿਕਲ ਸਕਦਾ ਹੈ, ਜਿਵੇਂ ਆਪਾਂ ਕਹਿੰਦੇ ਹਾਂ। ਠੀਕ ਹੈ, ਅਗਰ ਉਹ ਅੱਛੇ ਤਰੀਕੇ ਨਾਲ ਆਪਦੇ ਅੱਗੇ ਆਉਣ ਵਾਲੇ ਟਾਈਮ ਨੂੰ ਇਕੋਨਮੀ ਨੂੰ ਮੈਨੇਜ ਨਾ ਕਰੇ, ਤਾਂ ਪੰਜਾਬ ਦੀ ਸਿਚੁਏਸ਼ਨ ਵੀ ਹਜੇ ਇਸ ਤਰੀਕੇ ਨਾਲ ਹੀ ਦਿਖਾਈ ਦੇ ਰਹੀ ਹੈ, ਰਾਈਟ? ਸੋ ਰਿਪੋਰਟ ਹੋਰ ਕਿਆ ਕਹਿ ਰਹੀ ਹੈ ਕਿ ਪੰਜਾਬ ਨੇ ਕੋਈ ਨਵੇਂ ਸੋਰਸਿਸ ਆਫ ਰੈਵਨਿਊ ਐਡ ਨਹੀਂ ਕੀਤੇ ਹੈ, ਐਕਸੈਪਟ ਸਰਟੇਨ ਕਾਈਂਡ ਆਫ ਟੈਕਸਿਸ ਔਨ ਫਿਊਲਸ ਵਧਾਏ ਗਏ ਨੇ, ਕਲੈਕਟਰੇਟ ਰੇਟ ਥੋੜਾ ਬਹੁਤ ਵਧਾਇਆ ਗਿਆ ਹੈ। ਮਤਲਬ ਪੈਸਾ ਜਿੱਥੋਂ ਆ ਰਿਹਾ ਹੈ ਉਹਦੇ ਸੋਰਸਿਸ ਪੰਜਾਬ ਦੇ ਵੱਧ ਨਹੀਂ ਰਹੇ, ਬਟ ਪੈਸਾ ਜਿੱਥੇ ਲੱਗ ਰਿਹਾ ਹੈ ਉਹ ਸਬਸਿਡੀਆਂ ਵੱਧਦੀਆਂ ਜਾ ਰਹੀਆਂ ਨੇ। ਰੀਸੈਂਟਲੀ ਤੁਹਾਨੂੰ ਪਤਾ ਹੈ ਆਪ ਗਵਰਨਮੈਂਟ ਆਉਣ ਨਾਲ ਸਾਨੂੰ ਪਾਵਰ ਸਬਸਿਡੀ ਵੀ ਦਿੱਤੀ ਗਈ ਹੈ, 300 ਯੂਨਿਟ ਤੱਕ ਸਭ ਨੂੰ ਫ੍ਰੀ ਹੈ ਇਲੈਕਟ੍ਰਿਸਿਟੀ ਵਗੈਰਾ। ਉਹਦੇ ਕਰਕੇ ਹੀ ਪਾਵਰ ਸਬਸਿਡੀ ਬਰਡਨ, ਜਿਹੜਾ ਆਲਰੇਡੀ ਅਸੀਂ ਐਗਰੀਕਲਚਰ ਵਿੱਚ ਫਾਰਮਰ ਨੂੰ ਤਾਂ ਪਾਵਰ ਦੀ ਸਬਸਿਡੀ ਦੇ ਹੀ ਰਹੇ ਸੀ, ਹੁਣ ਹਾਊਸ ਹੋਲਡਸ ਨੂੰ ਵੀ 300 ਯੂਨਿਟ ਤੱਕ ਜਿਹੜੀ ਸਬਸਿਡੀ ਦੇ ਰਹੇ ਹੈ। ਇਹਦੇ ਕਰਕੇ ਪੰਜਾਬ ਸਟੇਟ ਦਾ ਜਿਹੜਾ ਪਾਵਰ ਬਰਡਨ ਹੈ ਉਹ ਵੱਧਦਾ ਹੀ ਜਾ ਰਿਹਾ ਹੈ। ਅਗਰ ਤੁਸੀਂ ਕਰੰਟ ਡਾਟਾ ਦੇਖੋ ਤਾਂ ਇਹ ਪਾਵਰ ਸਬਸਿਡੀ ਦਾ ਬਰਡਨ ਪੰਜਾਬ ਉੱਤੇ 27,000 ਕਰੋੜ ਤੋਂ ਜ਼ਿਆਦਾ ਦਾ ਬਣ ਗਿਆ ਹੈ, ਰਾਈਟ? ਅਪ੍ਰੈਲ ਤੋਂ ਜੁਲਾਈ 23 ਤੱਕ ਦਾ ਅਗਰ ਤੁਸੀਂ ਡਾਟਾ ਦੇਖੋ, ਯੂ ਵਿਲ ਗੈਟ ਟੂ ਨੋ। ਠੀਕ ਹੈ, ਔਰ ਅਗਰ ਤੁਸੀਂ ਇਹਨੂੰ ਕੈਲਕੂਲੇਟ ਕਰੋ, ਇਹ ਸਾਡੀ ਟੋਟਲ ਰੈਵਨਿਊ ਰਿਸਿਪਟਸ ਦਾ ਆਲਮੋਸਟ 24% ਜਾਂ 25% ਬਣਦਾ ਹੈ,
ਰਾਈਟ? ਤੁਸੀਂ ਦੇਖੋ ਅਸੀਂ ਜਿੰਨੀ ਕਮਾਈ ਕਰ ਰਹੇ ਹਾਂ ਉਸ ਵਿੱਚੋਂ majority 25% 1 ਕੁਆਟਰ ਜਿਹੜਾ ਹੈ ਅਸੀਂ ਪਾਵਰ ਸਬਸਿਡੀ ਦੇ ਉੱਤੇ ਹੀ ਲਗਾਈ ਜਾ ਰਹੇ ਹਾਂ। ਰਾਈਟ? ਤੁਸੀਂ ਦੇਖੋ ਇੰਨੇ ਖਰਚੇ ਹੁੰਦੇ ਆ ਸਟੇਟ ਦੇ, ਸੈਲਰੀਜ਼ ਦੇਣਾ, ਪੈਨਸ਼ਨਸ ਦੇਣਾ, ਮੇਨਟੇਨੈਂਸ ਵਰਕ, ਇੰਫਰਾਸਟ੍ਰਕਚਰ ਵਰਕ, ਉਹ ਸਭ ਤੇ ਪੈਸਾ ਬਹੁਤ ਘੱਟ ਲੱਗ ਰਿਹਾ ਹੈ। See this data again here. Only 3.6% of state's revenue is going to capital asset building. ਕੈਪੀਟਲ ਐਸੈਟਸ ਹੁੰਦੀਆਂ ਹੈ ਜਿਵੇਂ ਕਿ ਰੋਡ, ਇੰਫਰਾਸਟ੍ਰਕਚਰ, ਸਕੂਲਸ, ਹਸਪੀਟਲਸ ਜਾਂ ਇਸ ਤਰੀਕੇ ਦੀ ਚੀਜ਼ਾਂ ਜੋ ਆਪਣੀ ਇਕੋਨੋਮੀ ਨੂੰ ਗਰੋ ਹੋਣ 'ਚ ਹੈਲਪ ਕਰਨ, ਆਪਣੀ ਇੰਡਸਟਰੀ ਨੂੰ ਵਧਾਉਣ, ਆਪਣੀ ਇੰਪਲੋਇਮੈਂਟ ਨੂੰ ਵਧਾਉਣ, ਆਪਣੀ ਐਗਰੀਕਲਚਰ ਨੂੰ ਵਧਾਉਣ। ਠੀਕ ਹੈ, ਲੌਂਗ ਟਰਮ ਇਨਵੈਸਟਮੈਂਟਸ ਜਿਵੇਂ ਕਿ ਵੇਅਰ ਹਾਊਸਿਸ, ਰੋਡਸ, ਰੇਲਵੇਜ਼, 에ਅਰਵੇਜ਼, ਠੀਕ ਹੈ, ਇੰਡਸਟਰੀਅਲ ਸੈਟਅਪ, ਇੰਡਸਟਰੀਅਲ ਪਾਰਕਸ, ਫੈਸਿਲਿਟੇਸ਼ਨ, ਇਹ ਸਭ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਕਿਸੇ ਵੀ ਜਗ੍ਹਾ ਦੀ ਇਕੋਨੋਮੀ ਨੂੰ ਗਰੋਥ ਹੋਣ ਲਈ। ਬਟ ਇਹਨਾਂ ਤੇ ਅਸੀਂ ਦੇਖੋ ਸਿਰਫ 3.6% ਲਗਾ ਰਹੇ ਹਾਂ, ਜਦਕਿ ਪਾਵਰ ਸਬਸਿਡੀ ਤੇ ਆਲਮੋਸਟ 25% ਸਾਡੀ ਜੀਡੀਪੀ, ਸਾਡੇ ਰੈਵਨਿਊ ਦਾ ਜਾ ਰਿਹਾ ਹੈ। ਰਾਈਟ? ਤਾਂ ਖੁਦ ਦੇਖੋ ਕਿ ਕਿੰਨੀ ਬੁਰੀ ਕੰਡੀਸ਼ਨ ਹੈ ਪੰਜਾਬ ਦੀ। ਜਿੱਥੇ ਲਾਣਾ ਚਾਹੀਦਾ ਉੱਥੇ ਸਿਰਫ 3% ਜਾਂ 4% ਲੱਗ ਰਿਹਾ ਹੈ। ਜਿਹੜਾ ਵੇਸਟਫੁਲ ਐਕਸਪੈਂਡੀਚਰ ਹੈ, ਵਨ ਟਾਈਮ ਐਕਸਪੈਂਡੀਚਰ ਹੈ, ਉੱਥੇ 25% ਜਾ ਰਿਹਾ ਹੈ। I hope you understand the gravity of this data. That is why I'm emphasizing on it. ਅਗਰ ਤੁਸੀਂ ਹਜੇ ਇਕੋਨਮੀ ਨਹੀਂ ਪੜ੍ਹਿਆ ਹੈ ਤਾਂ maybe ਤੁਹਾਨੂੰ ਘੱਟ ਸਮਝ ਆਵੇ, but if you have read economy, you will understand that how serious this situation is. ਠੀਕ ਹੈ, ਪੰਜਾਬ ਗਵਰਨਮੈਂਟ ਦਾ ਅਗਰ ਤੁਸੀਂ ਡੈਟ ਦੇਖੋ, ਇਨਹੈਰਿਟਡ ਡੈਟ ਸੀ 2.63 ਲੱਖ ਕਰੋੜ, ਮਤਲਬ ਪੁਰਾਣੀ ਸਰਕਾਰ ਤੋਂ ਇੰਨਾ ਡੈਟ ਅਸੀਂ ਲਿੱਤਾ ਸੀ। ਹੁਣ ਬਾਕੀ ਜਿੰਨਾ ਵੀ ਐਡ ਕੀਤਾ ਹੈ ਉਹ ਕਰੰਟ ਸਰਕਾਰ ਨੇ ਕੀਤਾ ਹੈ। ਰਾਈਟ? ਸੋ ਇਹ ਡਾਟਾ ਲਿਖ ਕੇ ਰੱਖੋ, ਇਹ ਤਿੰਨੋਂ ਡਾਟਾ ਕਾਫੀ ਕੰਮ ਆਉਣਗੇ। ਕਿੰਨਾ ਅਸੀਂ ਪਾਵਰ ਸਬਸਿਡੀ ਤੇ ਲਾ ਰਹੇ ਹਾਂ, ਕਿੰਨਾ ਸਾਡਾ ਕੈਪੀਟਲ ਬਿਲਡਿੰਗ ਤੇ ਲਾ ਰਹੇ ਹਾਂ, ਕਿੰਨਾ ਇਨਹੈਰਿਟਡ ਡੈਟ ਹੈ। ਆਲ ਆਫ ਦਿਸ ਡਾਟਾ ਇਜ਼ ਗੋਇੰਗ ਟੂ ਹੈਲਪ ਯੂ ਅਲੋਟ। ਸੋ ਕੀਪ ਦਿਸ ਇਨ ਰਿਟਨ, ਡੈਟ ਟੂ ਜੀਡੀਪੀ ਰੇਸ਼ੀਓ ਵੀ ਲਿਖ ਕੇ ਰੱਖੋ। Right? Next, armies of India and US to kickstart two-week war game in Alaska. ਠੀਕ ਹੈ, ਤੁਹਾਨੂੰ ਪਤਾ ਹੀ ਹੈ ਮਿਲਟਰੀ ਐਕਸਰਸਾਈਜ਼ਸ ਹੁੰਦੀਆਂ ਰਹਿੰਦੀਆਂ ਹੈ, ਜਿਵੇਂ ਯੁੱਧ ਅਭਿਆਸ ਐਨੂਅਲ ਐਕਸਰਸਾਈਜ਼ ਜਿਹੜੀ ਹੈ ਇੰਡੀਆ ਤੇ ਯੂਐਸ ਦੇ ਵਿੱਚ ਹੁੰਦੀ ਰਹਿੰਦੀ ਹੈ, ਉਹ ਵੀ ਇਸ 2 week war game ਦੇ ਦੌਰਾਨ ਹੋਏਗੀ। But this is kind of a practice match, you can say, 2 week war game in Alaska conduct ਕੀਤੀ ਜਾਏਗੀ, ਜਿੱਥੇ complex drills perform ਕੀਤੀਆਂ ਜਾਣਗੀਆਂ ਇੰਡੀਆ ਤੇ ਯੂਐਸ ਦੀ ਆਰਮੀਜ਼ ਦੁਆਰਾ। ਇੱਕ ਦੂਸਰੇ ਤੋਂ ਸਿੱਖਣਗੇ, ਇੱਕ ਦੂਸਰੇ ਤੋਂ ਅਡਾਪਟ ਕਰਨਗੇ। that is what they are going to do. ਰਾਈਟ? ਤੇ ਇਹਦੇ ਵਿੱਚ ਹੀ ਇੰਡੀਆ ਦੀ ਐਨੂਅਲ ਇੰਡੀਆ ਯੂਐਸ ਦੀ ਐਕਸਰਸਾਈਜ਼ ਯੁੱਧ ਅਭਿਆਸ ਵੀ ਕੰਡਕਟ ਕੀਤੀ ਜਾਏਗੀ। ਠੀਕ ਹੈ, ਥੀਮ ਕਿਆ ਹੈ ਐਕਸਰਸਾਈਜ਼ ਦਾ? ਇੰਪਲੋਇਮੈਂਟ ਆਫ ਐਨ ਇੰਟੀਗ੍ਰੇਟਿਡ ਬੈਟਲ ਗਰੁੱਪ ਇਨ ਮਾਊਂਟੇਨ ਐਂਡ ਐਕਸਟ੍ਰੀਮ ਕਲਾਈਮੈਟਿਕ ਕੰਡੀਸ਼ਨਸ। ਠੀਕ ਹੈ, ਅਲਾਸਕਾ 'ਚ ਹੀ ਕਿਉਂ ਕਰ ਰਿਹਾ ਹੈ? ਰਾਈਟ? ਰਾਈਟ ਇਟ ਇਨ ਦ ਕਮੈਂਟ ਬਾਕਸ, ਯੂ ਵਿਲ ਟੈਲ ਮੀ ਕਿ ਅਲਾਸਕਾ ਵਿੱਚ ਕਿਉਂ ਹੋ ਰਿਹਾ ਹੈ। ਰਾਈਟ? ਯੂ ਕੈਨ ਅੰਡਰਸਟੈਂਡ ਇਟ ਫਰੋਮ ਦ ਥੀਮ ਆਫ ਦੀ why India and US are conducting it in Alaska where there are extreme mountainous conditions. Okay, you have to guess that why do you think this is being conducted in Alaska and not in any other part of the US. ठीक है जी, that is about it. याद रखना है 2 week war game in Alaska. ठीक है जी, उस तो बाद लास्ट हैगा है 140 ਕਰੋੜ ਬਾਇਓਗੈਸ ਪ੍ਰੋਜੈਕਟ ਟੂ ਕਮ ਅਪ ਇਨ ਹੁਸ਼ਿਆਰਪੁਰ। ਐਜ਼ ਆਈ ਟੋਲਡ ਯੂ, ਗ੍ਰੀਨ એનર્ਜੀ ਨੂੰ ਪ੍ਰਮੋਟ ਕਰਨ ਲਈ ਪੂਰਾ ਇੰਡੀਆ ਹੀ ਬਹੁਤ ਪੁਸ਼ ਕਰ ਰਿਹਾ ਹੈ। ਆਪਾਂ ਸੋਲਰ એનર્ਜੀ ਨੂੰ ਇੰਨਾ ਵਧਾ ਰਹੇ ਹਾਂ, ਸੀਐਨਜੀ ਵਹੀਕਲਸ ਇੰਨੇ ਵਧਾ ਰਹੇ ਹਾਂ, ਈ ਵਹੀਕਲਸ ਤੇ ਇੰਨਾ ਫੋਕਸ ਕੀਤਾ ਜਾ ਰਿਹਾ ਹੈ। ਠੀਕ ਹੈ, ਉਸ ਤੋਂ ਬਾਅਦ ਹੁਣ ਬਾਇਓਗੈਸ, ਬਾਇਓਫਿਊਲ ਨੂੰ ਵੀ ਆਪਾਂ ਬਹੁਤ ਪੁਸ਼ ਕਰ ਰਹੇ ਹਾਂ। ਆਲਰੇਡੀ ਸਟਬਲ ਨੂੰ ਵੀ ਆਪਾਂ ਇਸ ਤਰੀਕੇ ਨਾਲ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਈਟ? ਸੋ ਹੁਣ ਇਹ ਪ੍ਰੋਜੈਕਟ ਇੰਪੋਰਟੈਂਟ ਬਣ ਜਾਂਦਾ। ਐਜ਼ ਐਨ ਐਗਜ਼ਾਮਪਲ ਆਪਾਂ ਆਂਸਰਸ 'ਚ ਯੂਜ਼ ਕਰ ਸਕਦੇ ਹਾਂ। 140 ਕਰੋੜ ਬਾਇਓਗੈਸ ਪ੍ਰੋਜੈਕਟ ਇਨ ਹੁਸ਼ਿਆਰਪੁਰ। ਇਹਦਾ ਏਮ ਕਿਆ ਹੈ? ਟੂ ਇਨਸ਼ੋਰ ਅਫੋਰਡੇਬਲ ਕਲੀਨ ਐਂਡ ਗ੍ਰੀਨ એનર્ਜੀ ਇਨ ਦੀ ਸਟੇਟ। ਠੀਕ ਹੈ, ਪਾਵਰ ਦੇਖੋ, ਪਾਵਰ ਆਲਰੇਡੀ ਆਪਾਂ ਜਿਹੜਾ ਹੈ ਜ਼ਿਆਦਾ ਖਰਚਾ ਉਸ ਤੇ ਕਰਦੇ ਹਾਂ, ਤਾਂ ਇਸ ਲਈ ਅੱਛਾ ਹੈ ਕਿ ਆਪਾਂ ਇਹ ਫ੍ਰੀ ਦੀ ਪਾਵਰ ਜਿਹੜੀ ਹੈ ਜਨਰੇਟ ਕਰੀਏ ਇਨ ਕਲੀਨ ਐਂਡ ਗ੍ਰੀਨ ਮੈਨਰ। ਰਾਈਟ? ਇਸੇ ਲਈ ਪੰਜਾਬ ਗਵਰਨਮੈਂਟ 140 ਕਰੋੜ ਦਾ ਇਹ ਪ੍ਰੋਜੈਕਟ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਲਗਾਏਗੀ। ਰਾਈਟ? ਇਹਦੇ ਲਈ ਆਲਰੇਡੀ ਕੈਬਨਿਟ ਮਿਨਿਸਟਰ ਨੇ 40 ਏਕੜਸ ਦੀ ਲੈਂਡ ਜਿਹੜੀ ਹੈ ਇਹਦੇ ਲਈ ਸੈਟਬੈਕ ਜਾਂ ਕਹਿ ਸਕਦੇ ਹੋ ਸੈਟ ਅਸਾਈਡ ਕਰ ਰੱਖੀ ਹੈ। ਐਂਡ ਇਹ ਪ੍ਰੋਜੈਕਟ ਵਿੱਚ ਐਗਰੀਕਲਚਰ ਰੈਜ਼ੀਡਿਊ ਜਿਹੜਾ ਆਪਣਾ ਸਟਬਲ ਬਰਨਿੰਗ ਵਾਲਾ ਇਸ਼ੂ ਹੈ ਉਹ ਵੀ ਥੋੜਾ ਸੋਲਵ ਹੋਏਗਾ, ਕਿਉਂਕਿ ਆਲਮੋਸਟ 50,000 ਮਿਲੀਅਨ ਟਨ ਦਾ ਐਗਰੀਕਲਚਰ ਰੈਜ਼ੀਡਿਊ ਇਸ 'ਚ ਯੂਜ਼ ਹੋਏਗਾ। ਇੰਡਸਟਰੀਅਲ ਤੇ ਮਿਊਨਿਸਪਲ ਵੇਸਟ ਵੀ ਇੱਥੇ ਯੂਜ਼ ਹੋਏਗਾ। ਮਤਲਬ ਜਿੰਨੀ ਵੀ ਆਪਾਂ ਨੂੰ ਵੇਸਟ ਮੈਨੇਜਮੈਂਟ ਦੇ ਇਸ਼ੂਜ਼ ਹੈ ਉਹ ਸਾਰਾ ਬਾਇਓਗ੍ਰੇਡੇਬਲ ਜਿਹੜਾ ਵੇਸਟ ਹੈ ਇੱਥੇ ਯੂਜ਼ ਹੋ ਸਕਦਾ ਹੈ। ਇਹ ਇੰਪਲੋਇਮੈਂਟ ਓਪਰਚੁਨਿਟੀਜ਼ ਵੀ ਕ੍ਰੀਏਟ ਕਰੇਗਾ ਪ੍ਰੋਜੈਕਟ, ਇਸੇ ਲਈ ਵੀ। ਸੋ ਇਨ ਟੋਟਲ ਇਹ ਪ੍ਰੋਜੈਕਟ ਦਾ ਟੋਟਲ ਸਿਗਨੀਫਿਕੈਂਸ ਕਿਆ ਹੈ? ਅਫੋਰਡੇਬਲ ਐਂਡ ਗ੍ਰੀਨ એનર્ਜੀ ਜਨਰੇਟ ਕਰੇਗਾ। ਥੀਸ ਪੁਆਇੰਟਸ ਪਲੀਜ਼ ਰਾਈਟ ਡਾਊਨ, ਥੀਸ ਆਰ ਵੈਰੀ ਹੈਲਪਫੁਲ, ਯੂ ਕੈਨ ਯੂਜ਼ ਇਟ।
ਇਸ 'ਚ ਆਪਾਂ ਡਿਫਰੈਂਟ ਐਗਰੀਕਲਚਰਲ ਵੇਸਟ, ਕਾਊ ਡੰਗ, ਮਿਊਨਿਸਪਲ ਸੋਲਿਡ ਵੇਸਟ ਸਭ ਕੁਛ ਯੂਜ਼ ਕਰ ਸਕਦੇ ਆ। ਮਤਲਬ ਸੋਲਿਡ ਵੇਸਟ ਮੈਨੇਜਮੈਂਟ ਵਿੱਚ ਵੀ ਇਹ ਪ੍ਰੋਜੈਕਟ ਆਪਣੀ ਹੈਲਪ ਕਰਨ ਵਾਲਾ ਹੈ, ਰਾਈਟ? ਜਿਹੜਾ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਕੂੜੇ ਕਰਕਟ ਦਾ ਕਿਆ ਕਰੀਏ। ਨਾਓ ਵੀ ਹੈਵ ਅ ਪਲੇਸ ਵੇਅਰ ਵੀ ਕੈਨ ਡਿਸਪੋਜ਼ ਦਿਸ ਕੂੜਾ ਕਰਕਟ। ਠੀਕ ਹੈ, ਸੋ ਆਲ ਆਫ ਦਿਸ ਸੋਲਿਡ ਵੇਸਟ ਮੈਨੇਜਮੈਂਟ 'ਚ ਹੈਲਪ ਕਰੇਗਾ। ਐਡੀਸ਼ਨਲ ਰੈਵਨਿਊ ਫॉर ਫਾਰਮਰਸ ਹੋਏਗਾ, ਠੀਕ ਹੈ? ਫਾਰਮਰਸ ਨੂੰ ਸਰਕਾਰ ਜਿਹੜਾ ਹੈ ਪੇ ਕਰੇਗੀ ਫॉर ਗਿਵਿੰਗ देयर ਐਗਰੀਕਲਚਰਲ ਰੈਜ਼ੀਡਿਊ ਯਾਨੀ ਕਿ ਸਟਬਲ। ਠੀਕ ਹੈ, ਸੋ ਫਾਰਮਰ ਨੂੰ ਕ੍ਰੌਪ ਤੋਂ ਤਾਂ ਪੈਸਾ ਆ ਹੀ ਰਿਹਾ, ਕ੍ਰੌਪ ਵੇਸਟ ਤੋਂ ਵੀ ਪੈਸਾ ਆਣਾ ਸ਼ੁਰੂ ਹੋ ਜਾਏਗਾ, ਰਾਈਟ? ਪੰਜਾਬ ਦੀ ਇਕਨੋਮਿਕ ਗਰੋਥ ਵਿੱਚ ਹੈਲਪ ਕਰੇਗਾ, ਇੰਪਲੋਇਮੈਂਟ ਜਨਰੇਸ਼ਨ ਕ੍ਰੀਏਟ ਕਰੇਗਾ। ਐਜ਼ ਆਈ ਟੋਲਡ ਯੂ 200 persons directly or indirectly will be getting employment under this project। ਠੀਕ ਹੈ, ਸੋ ਇਹ ਸਾਰੇ ਬੈਨੀਫਿਟਸ ਤੁਸੀਂ ਇਹਦੇ ਅੰਡਰ ਲਿਖ ਸਕਦੇ ਹੋ, ਅਗਰ ਇਸ ਤਰੀਕੇ ਦਾ ਕੋਈ ਵੀ ਆਇਆ ਕੁਐਸਚਨ ਕਿ ਬਾਇਓਫਿਊਲ ਬਾਇਓ એનર્ਜੀ ਦੇ क्या benefits है, right? These 5 points, right? That is all for this discussion. If you have any doubt, query with regard to your preparation of PCS or UPSC, then contact us at this number. Leave a message with your name and with your query. We will respond back to you, right? That is all for today. Thank you so much for joining.